ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸੰਗਤ ਰੂਪ ਦੇ ਵਿੱਚ ਜੁੜ ਕੇ ਹਰ ਰੋਜ਼ ਦੀ ਤਰ੍ਹਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ। ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਗੌੜੀ ਰਾਗ ਦੇ ਵਿੱਚ ਬਾਬਾ ਕਬੀਰ ਜੀ ਦੀ ਬਾਣੀ। ਆਪਾਂ ਕੱਲ ਵਿਚਾਰਿਆ ਸੀ ਕਿ ਸੰਸਾਰ ਜਿਹੜਾ ਹੈ ਇਹ ਨਹੀਂ ਜਾਣਦਾ ਕਿ ਇਹ ਸੰਸਾਰ ਜਿਹੜਾ ਜੀਵ ਨਹੀਂ ਜਾਣਦਾ, ਸੰਸਾਰ ਦੇ ਜੀਵ, ਕਿ ਸੰਸਾਰ ਸਾਡੇ ਪੇਵਕੜੇ ਨੇ ਤੇ ਅਸੀਂ ਸੌਰੜੇ ਜਾਣਾ ਹੈ। ਪਰ ਆਪਾਂ ਉੱਥੇ ਵਿਚਾਰ ਕੀਤੀ ਸੀ ਵੀ ਜੋ ਸੁਹਾਗਣ ਹੈ ਉਹ ਕੌਣ ਹੈ? ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ। ਗੁਰ ਸ਼ਬਦ ਦੀ ਵਿਚਾਰ ਕਰਦੇ ਹਾਂ ਤੇ ਉਹ ਸੁਹਾਗਣ ਹੈ, ਕਿਉਂਕਿ ਉਹੀ ਉਸ ਘਰ ਦਾ ਵਿਚਾਰ ਕਰ ਸਕਦੀ ਹੈ ਜਿਹੜੀ ਉਸ ਮਾਲਕ ਦੇ ਨਾਲ ਜੋ ਜੀ ਮਿਲਿਆ ਹੈ। ਪਈ ਨਿਰਾਸੀ ਉੜ ਚਲੀ, ਚਿੰਤ ਬੰਦ ਨਾ ਧੀਰਾ, ਚਿੱਤ ਬੰਦ ਨਾ ਧੀਰਾ, ਹਰ ਕੀ ਚਰਨੀ ਲਾਗ ਰਹੋ, ਭਜ ਸਰਨ ਕਬੀਰਾ। ਤੇ ਇੱਕ ਪਾਸੇ ਉਹ ਜੀਵ ਨੇ ਜਿਹੜੇ ਇੱਥੋਂ ਚਲੇ ਜਾਂਦੇ ਨੇ ਨਿਰਾਸੇ ਹੀ, ਕਿਉਂਕਿ ਉਹਦਾ ਚਿੱਤ ਦੇ ਵਿੱਚ ਮਾਲਕ ਨਹੀਂ ਵਸਿਆ, ਉਹਨਾਂ ਦੇ ਮਨ ਨੂੰ ਧੀਰਜ ਨਹੀਂ ਆਇਆ। ਤੇ ਦੂਜੇ ਪਾਸੇ ਬਾਬਾ ਕਬੀਰ ਜੀ ਨੇ ਜਿਹੜੇ ਸਮਝਾ ਰਹੇ ਨੇ ਕਿ ਸਿਰਫ ਹਰੀ ਦੇ ਚਰਨੀ ਲੱਗ ਕੇ ਰਹਿਣਾ ਹੈ, ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਉਸ ਨੂੰ ਭਜਦੇ ਰਹਿਣਾ ਹੈ, ਤੇ ਫਿਰ ਅਸੀਂ ਆਪਣੇ ਜੀਵਨ ਨੂੰ ਜਿੱਤ ਕੇ ਜਾਂਦੇ ਹਾਂ। ਸੰਸਾਰ ਇਸਥੋਂ ਹਾਰ ਕੇ ਚਲੇ ਜਾਂਦਾ ਹੈ, ਕਿਉਂਕਿ ਉਸ ਪ੍ਰਭੂ ਨੇ ਐਸਾ ਇੱਕ ਖੇਡ ਸਾਜਿਆ ਹੋਇਆ ਹੈ। ਇੱਥੇ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਆਓ ਅੱਗੇ ਆਪਾਂ ਸ਼ੁਰੂ ਕਰਦੇ ਹਾਂ ਗੌੜੀ ਕਬੀਰ ਜੀ ਦੀ। ਰਹੋ ਪੰਕਤੀਆਂ ਨੇ, ਹਰ ਬਿਨ ਭਰਮ ਭੁਲਾਨੇ ਅੰਧਾ, ਕਿ ਹਰੀ ਤੋਂ ਬਿਨਾਂ ਸੰਸਾਰ ਦੇ ਜਿਹੜੇ ਜੀਵ ਨੇ, ਜਿਹੜੇ ਆਪਣੇ ਆਪ ਨੂੰ ਧਰਮੀ ਕਹਾਉਂਦੇ ਨੇ, ਜਿਹੜੇ ਭੇਦ ਕਰਦੇ ਨੇ ਕਿ ਅਸੀਂ ਪ੍ਰਭੂ ਦੇ ਭਗਤ ਹਾਂ, ਪ੍ਰਭੂ ਦੇ ਦੀ ਭਗਤੀ ਕਰਨ ਵਾਲੇ ਹਾਂ, ਪ੍ਰਭੂ ਨੂੰ ਜਾਣਦੇ ਹਾਂ, ਅਸੀਂ ਬੰਧਨਾਂ ਤੋਂ ਮੁਕਤ ਹਾਂ। ਕਹਿੰਦੇ ਜਦੋਂ ਉਹਨਾਂ ਕੋਲ ਜਾਂਦੇ ਵੀ ਸਾਨੂੰ ਵੀ ਬੰਧਨਾਂ ਤੋਂ ਮੁਕਤ ਕਰਵਾ ਦਿਓ, ਕਹਿੰਦੇ ਉਹ ਤਾਂ ਖੁਦ ਹੀ ਪਤਾ ਚੱਲਦਾ ਵੀ ਇਹ ਤਾਂ ਖੁਦ ਬੰਧਨਾਂ ਦੇ ਵਿੱਚ ਵੱਜੇ ਨੇ, ਅੰਧੇ ਨੇ, ਕਿਉਂਕਿ ਪ੍ਰਭੂ ਦਾ ਗਿਆਨ ਨਹੀਂ ਹੈ। ਜਦ ਤੱਕ ਪ੍ਰਭੂ ਦਾ ਗਿਆਨ ਹੀ ਨਹੀਂ ਹੈ, ਜੋ ਪ੍ਰਭੂ ਸਾਹਮਣੇ ਹੈ ਜਾਂ ਦੇਖੇ ਹੀ ਨਹੀਂ, ਫਿਰ ਜੀਵ ਕਿਆ ਹੈ? ਅੰਧਾ ਹੈ, ਜਿਨ੍ਹਾਂ ਨੂੰ ਮਾਲਕ ਦੇ ਦਰਸ਼ਨ ਨਹੀਂ ਹੁੰਦੇ, ਜੋ ਕਿ ਹਮੇਸ਼ਾ ਸਾਹਮਣੇ ਹੈ, ਕਿਉਂਕਿ ਭਰਮ ਦੇ ਵਿੱਚ ਪਏ ਨੇ, ਹਰੀ ਦਾ ਗਿਆਨ ਨਹੀਂ ਹੋਇਆ। ਜਾ ਪੈ ਜਾਓ ਆਪ ਛੁਟਕਾਵਣ, ਤੇ ਬਾਧੇ ਬਹੁ ਫੰਦਾ। ਜਿਨ੍ਹਾਂ ਕੋਲ ਅਸੀਂ ਜਾਣਦੇ ਕਿ ਸਾਨੂੰ ਵੀ ਬੰਧਨਾਂ ਤੋਂ ਮੁਕਤ ਕਰਵਾ ਦਿਓ, ਸਾਨੂੰ ਵੀ ਛੁਡਾ ਦਿਓ, ਪਰ ਜਾ ਕੇ ਪਤਾ ਚੱਲਦਾ ਕਿ ਇਹ ਤਾਂ ਖੁਦ ਬੰਧਨਾਂ ਦੇ ਵਿੱਚ ਬੰਦੇ ਹੋਏ ਨੇ, ਉਹ ਵੀ ਬਹੁਤ ਫੰਦਾ ਇਹਨਾਂ ਨੂੰ ਫੰਦੇ ਪਏ ਨੇ, ਇਹਨਾਂ ਦੇ ਮਨ ਨੂੰ ਬੰਧਨਾਂ ਦੇ।
ਉਹ ਕੌਣ ਨੇ? ਆਓ ਅੱਗੇ ਵਿਚਾਰ ਕਰਦੇ ਸ਼ਬਦ ਦੇ ਵਿੱਚ। ਜੋਗੀ ਕਹੇ ਜੋਗ ਪਲ ਮਿੱਠਾ, ਅਵਰ ਨਾ ਦੂਜਾ ਪਾਈ। ਉਸ ਸਮੇਂ ਇੱਕ ਜੋਗੀ ਹੁੰਦੇ ਸੀ। ਕਿਸੇ ਸਮੇਂ ਜੋਗੀ ਸੀ ਜਿਹੜੇ ਮਾਲਕ ਨੂੰ ਮਿਲੇ ਹੋਏ ਸੀ, ਜਿਹੜੇ ਇੱਕ ਦ੍ਰਿਸ਼ਟ ਕਰਨਾ ਜਾਣਦੇ ਸੀ। ਇੱਕ ਦ੍ਰਿਸ਼ਟ ਹੋ ਕੇ ਜਿਹਨਾਂ ਪ੍ਰਭੂ ਨੂੰ ਜਾਣਿਆ ਸੀ, ਜਿਹੜਾ ਉਹਦਾ ਰੂਪ ਹੋ ਚੁੱਕੇ ਸੀ। ਜਿੱਥੇ ਗੁਰਬਾਣੀ ਸਤਿਗੁਰ ਨੂੰ ਵੀ ਜੋਗੀ ਕਹਿੰਦੀ ਹੈ। ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਲੇਕਿਨ ਫਿਰ ਜੋਗੀਆਂ ਨੇ ਕੀ ਕੀਤਾ? ਜੋਗੀ ਕਿਵੇਂ ਹੋ ਗਏ? ਕੰਨਾਂ 'ਚ ਮੁੰਦਰਾਂ ਪਾ ਲਈਆਂ, ਹੱਥਾਂ ਦੇ ਵਿੱਚ ਮੰਗਣ ਦੇ ਵਾਸਤੇ ਫੜ ਲਏ ਜੋ ਹੁੰਦੇ ਨੇ ਉਹਨਾਂ ਦੇ ਲੋਟੇ, ਤੇ ਸਿਰ ਮਨਾ ਦਿੱਤੇ ਤੇ ਮੰਗਣ ਚੱਲ ਪੈਂਦੇ ਝੋਲੀਆਂ ਲੈ ਕੇ। ਤੇ ਐਸੇ ਜੋਗੀ ਹੋ ਗਏ। ਫਿਰ ਪਹਿਲਾਂ ਸੀ ਜੋਗੀ ਜਿਹੜੇ ਇੱਕ ਦ੍ਰਿਸ਼ਟ ਸੰਸਰ ਕਰਨਾ ਜਾਣਦੇ ਸੀ। ਫਿਰ ਗੱਲਾਂ ਵਾਲੇ ਹੋ ਗਏ। ਇਹ ਕਹਿੰਦੇ ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ। ਸੋ ਜੋਗੀ ਗੁਰ ਸ਼ਬਦ ਵਿਚਾਰ ਹੈ, ਜਿਹੜਾ ਗੁਰ ਦੇ ਗਿਆਨ ਦੀ ਗੱਲ ਕਰਦਾ ਹੈ, ਜੋ ਗੁਰ ਦੇ ਗਿਆਨ ਦੁਆਰਾ ਪ੍ਰਭੂ ਨੂੰ ਮਿਲ ਲੈਂਦਾ ਹੈ, ਉਸ ਨੂੰ ਜੋਗੀ ਕਹਿ ਦਿੰਦੇ ਨੇ। ਪਰ ਸਮਝਾਉਂਦੇ ਨੇ ਕਿ ਇੱਥੇ ਕਿਹੜੇ ਸੀ? ਜੋਗੀ ਹੋ ਗਏ ਜਿਹੜੇ ਬਾਹਰ ਹੀ ਦਿਖਾਵੇ ਦੇ ਸੀ। ਉਹ ਕੀ ਕਹਿੰਦੇ ਨੇ? ਕਹਿੰਦੇ ਸਭ ਤੋਂ ਭਲਾ ਹੈ ਜੋ ਕਰਨਾ, ਇਹ ਮਿੱਠਾ ਹੈ, ਦੂਜਾ ਨਹੀਂ ਕੋਈ ਹੈ। ਦੂਜਾ ਪ੍ਰਭੂ ਨੂੰ ਨਹੀਂ ਮਿਲ ਸਕਦਾ, ਦੂਜਾ ਬੰਧਨਾਂ ਤੋਂ ਨਹੀਂ ਛੁੱਟ ਸਕਦਾ। ਸਿਰਫ ਜੋਗੀ ਹੀ ਬੰਧਨਾਂ ਤੋਂ ਛੁੱਟੇ ਨੇ। ਰੁੰਡਤ ਮੁੰਡਤ ਇੱਕ ਹੈ ਸ਼ਬਦੀ, ਇਹ ਕਹੇ ਸਿਧ ਪਾਈ। ਇਹਨਾਂ ਨੇ ਕੇਸ ਕਟਾ ਦਿੱਤੇ, ਰੋਡੇ ਪੋਲੇ ਹੋ ਗਏ। ਇਹ ਕਹਿੰਦੇ ਸਾਡੇ ਕੋਲ ਹੀ ਸਿੱਧੀ ਹੈ, ਅਸੀਂ ਹੀ ਜੀਵਾਂ ਨੂੰ ਬੰਧਨਾਂ ਤੋਂ ਮੁਕਤ ਕਰ ਸਕਦੇ ਹਾਂ, ਕਿਉਂਕਿ ਅਸੀਂ ਬੰਧਨਾਂ ਤੋਂ ਮੁਕਤ ਹਾਂ। ਜਹ ਤੇ ਉਪਜੀ ਤਹੀਂ ਸਮਾਨੀ, ਇਹ ਬਿਦ ਬਿਸਰੀ ਤਬ ਹੀ। ਜਿੱਥੋਂ ਉਪਜੇ ਸੀ ਉਸ ਦੇ ਵਿੱਚ ਸਮਾਉਣਾ ਸੀ, ਉਹ ਵਿਧੀ, ਉਹ ਜੁਗਤੀ ਭੁੱਲ ਗਈ। ਪਰ ਭੁੱਲੀ ਕਦੋਂ? ਪੰਡਤ ਗੁਣੀ ਸੂਰ ਹਮਦਾ, ਤੇ ਇਹ ਕਹੇ ਬੜ ਹਮ। ਜਦੋਂ ਪੰਡਤ ਕਹਿੰਦੇ ਅਸੀਂ ਹੀ ਵੱਡੇ ਹਾਂ, ਸਾਡੇ ਕੋਲ ਹੀ ਗਿਆਨ ਹੈ, ਇੱਦਾਂ ਹੀ ਅਸੀਂ ਗੁਣੀ ਗਿਆਨੀ ਹਾਂ, ਅਸੀਂ ਸੂਰਮੇ ਹਾਂ, ਅਸੀਂ ਦਾਤੇ ਹਾਂ। ਕਿਉਂਕਿ ਜਦੋਂ ਆਪਾਂ ਬਾਣੀ ਨੂੰ ਵਿਚਾਰਾਂਗੇ, ਪੜ੍ਹਾਂਗੇ, ਅਤੇ ਉੱਥੇ ਗੁਰੂ ਸਾਹਿਬਾਨ ਭਗਤ ਕਹਿ ਰਹੇ ਨੇ ਕਿ ਸਾਡਾ ਇਹਦੇ ਵਿੱਚ ਕੁਛ ਨਹੀਂ ਹੈ, ਅਸੀਂ ਤਾਂ ਮੂਰਖ ਹਾਂ, ਅਸੀਂ ਤਾਂ ਕਮਲੇ ਹਾਂ, ਅਸੀਂ ਤਾਂ ਨਿਮਾਣੇ ਹਾਂ, ਨਿਤਾਣੇ ਹਾਂ। ਉਹ ਪ੍ਰਭੂ ਤੂੰ ਸਮਰੱਥ ਹੈ, ਤੂੰ ਕਿਸੇ ਤੋਂ ਕੁਛ ਵੀ ਕਰਵਾ ਸਕਦਾ ਹੈ, ਤੂੰ ਹੀ ਦਾਤਾ ਹੈ, ਅਸੀਂ ਤਾਂ ਭਿਖਾਰੀ ਹਾਂ। ਲੇਕਿਨ ਜਦੋਂ ਜੀਵ ਕਹਿੰਦਾ ਹੈ ਕਿ ਮੈਂ ਗੁਣੀ ਗਿਆਨੀ ਹਾਂ, ਮੈਂ ਪੰਡਤ ਹਾਂ, ਮੈਂ ਸੂਰਮਾ ਹਾਂ, ਮੈਂ ਦਾਤਾ ਹਾਂ, ਉਦੋਂ ਫਿਰ ਪਰਮੇਸ਼ਰ ਉਹਨਾਂ ਨੂੰ ਆਪਾ ਭੁਲਾ ਲੈਂਦਾ ਹੈ, ਉਹਨਾਂ ਨੂੰ ਵਿਛੋੜ ਦਿੰਦਾ ਹੈ। ਇੱਦਾਂ ਹੀ ਅਸੀਂ ਪ੍ਰਭੂ ਤੋਂ ਵਿਛੜੇ ਹਾਂ ਜਦੋਂ ਅਸੀਂ ਅਹੰਕਾਰ ਦੇ ਵਿੱਚ ਆ ਜਾਂਦੇ ਹਾਂ। ਇਹ ਬਿਧ ਵਿਸਰ ਜਾਂਦੀ ਕਿ ਕਿਵੇਂ ਅਸੀਂ ਪ੍ਰਭੂ ਨੂੰ ਮਿਲਣਾ ਹੈ, ਕਿਵੇਂ ਅਸੀਂ ਇੱਕ ਦ੍ਰਿਸ਼ਟ ਹੋ ਕੇ ਜੁੜਨਾ ਹੈ, ਕਿਵੇਂ ਬੰਧਨਾਂ ਤੋਂ ਮੁਕਤ ਹੋਣਾ ਹੈ। ਜਿਸੈ ਬੁਝਾਏ ਸੋਈ ਬੂਝੈ, ਬਿਨ ਬੂਝੇ ਕਿਉ ਰਹੀਐ। ਉਹ ਸਮਝਾਉਂਦੇ ਨੇ ਵੀ ਜਿਸ ਨੂੰ ਪ੍ਰਭੂ ਬੁਝਾ ਦਿੰਦਾ ਹੈ, ਉਹ ਹੀ ਉਸ ਨੂੰ ਬੁਝ ਸਕਦਾ ਹੈ। ਜਿਹੜੇ ਹੰਕਾਰ 'ਚ ਆ ਜਾਂਦੇ ਉਹਨਾਂ ਨੂੰ ਭੁਲਾ ਦਿੰਦਾ ਹੈ। ਜੋ ਕਹਿੰਦਾ ਮੈਂ ਸੂਰਮਾ ਹਾਂ, ਮੈਂ ਗਿਆਨੀ ਹਾਂ, ਮੈਂ ਦਾਤਾ ਹਾਂ, ਕਿਉਂਕਿ ਪ੍ਰਭੂ ਦੇ ਨਿਗਾਹ ਦੇ ਵਿੱਚ ਐਸੇ ਜੀਵ ਨੇ ਜਿਹੜੇ ਮੂਰਖ ਨੇ, ਗਵਾਰ ਨੇ। ਜੇ ਕੋ ਹੋਏ ਵਹੇ ਦਾਤਾਰ, ਤਿਸ ਦੇਣ ਹਾਰ ਜਾਣੈ ਗਵਾਰ। ਜੇ ਜਾਣੇ ਹੋ ਭਗਤ ਗਿਆਨੀ, ਆਗੇ ठाकुर तिल नहीं माने। जो जाने मैं कथ नहीं करता, व्यापारी बसता जो फिरता। ऐसे जीव ने ਜਿਹੜੇ ਪ੍ਰਭੂ ਨੂੰ ਨਹੀਂ ਪਾਉਂਦੇ। ਇਸ ਕਰਕੇ ਜਿਹਨੂੰ ਫਿਰ ਪ੍ਰਭੂ ਖੁਸ਼ ਹੁੰਦਾ, ਬੁਝਾਉਂਦਾ ਹੈ,
ਉਹ ਫਿਰ ਬੁਝਦਾ ਹੈ। ਫਿਰ ਸਮਝਾਉਂਦੇ ਨੇ ਵੀ ਐਸੇ ਜੀਵਾਂ ਦਾ ਸੰਗ ਕਰਕੇ ਆਪਾਂ ਬੁਝਣਾ ਹੁੰਦਾ ਹੈ। ਬਿਨ ਬੂਝੇ ਕਿਉਂ ਰਹੀਏ। ਜਦ ਤੱਕ ਬੁਝਿਆ ਨਹੀਂ ਅਸੀਂ ਬੰਧਨਾਂ ਤੋਂ ਮੁਕਤ ਨਹੀਂ ਹੋ ਸਕਦੇ, ਉਸ ਘਰ ਵਿੱਚ ਵਾਸਾ ਨਹੀਂ ਹੋ ਸਕਦਾ। ਸਤਿਗੁਰ ਮਿਲੈ ਅੰਧੇਰਾ ਚੂਕੈ, ਇਨ ਵਿਦ ਮਾਨਕ ਲਈਐ। ਸਤਿਗੁਰ ਮਿਲ ਜਾਵੇ। ਸਤਿਗੁਰ ਕੀ ਹੈ? ਸੱਚਾ ਗਿਆਨ, ਸੱਚਾ ਉਪਦੇਸ਼, ਸੱਚੀ ਸਾਖੀ। ਜੇ ਸਾਨੂੰ ਸੱਚਾ ਗਿਆਨ ਪ੍ਰਾਪਤ ਹੋ ਜਾਵੇ ਫਿਰ ਸਾਡਾ ਅਗਿਆਨਤਾ ਦਾ ਅੰਧੇਰਾ ਖਤਮ ਹੋ ਜਾਂਦਾ ਹੈ। ਫਿਰ ਸਾਨੂੰ ਉਹ ਮਾਨਕ ਨਾਮ ਪ੍ਰਾਪਤ ਹੁੰਦਾ ਹੈ। ਇਨ ਵਿਦ ਲਹੀਐ, ਇਨ ਵਿਦ ਮਾਨਕ ਲਹੀਐ, ਵੀ ਇਸ ਤਰੀਕੇ ਨਾਲ ਨਾਮ ਪ੍ਰਾਪਤ ਹੁੰਦਾ ਹੈ। ਤਜ ਬਾਵੇ ਦਾਹਣੇ ਬੇਕਾਰਾਂ। ਬਾਵੇ ਦਾਹਣੇ ਸੱਜਾ ਖੱਬਾ। ਬਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬਾਇਆ, ਬਾਇਆ ਹੱਥ, ਦਾਇਆ। ਇਹ ਖੱਬਾ ਹੈ, ਬਾਏ ਖੱਬਾ, ਦਾਣਾ ਸੱਜਾ, ਦੋਨੋਂ ਛੱਡਣੇ ਨੇ। ਜਿਵੇਂ ਆਪਾਂ ਸੱਜਾ ਵੀ ਛੱਡਿਆ, ਖੱਬਾ ਵੀ ਛੱਡਿਆ, ਵਿਚਲੇ ਰਸਤੇ ਸਿੱਧੇ ਚੱਲਦੇ ਹਾਂ। ਇਹ ਹਰ ਪਦ ਇਹ ਮਾਰਗ ਦ੍ਰਿੜ ਕਰਦੇ ਹਾਂ। ਇੱਦਾਂ ਗੁਰਬਾਣੀ ਸਮਝਾਉਂਦੇ ਨੇ ਤਜ ਬਾਵੇ ਦਾਹਣੇ ਬੇਕਾਰਾਂ। ਕਹਿੰਦੇ ਸਾਰੇ ਬੇਕਾਰ ਨੇ। ਸੱਜਾ ਵੀ ਛੱਡ ਦੇਣਾ, ਖੱਬਾ ਵੀ ਛੱਡ ਦੇਣਾ ਹੈ। ਹਰ ਪਦ ਦ੍ਰਿੜ ਕਰ ਰਹੀ ਹੈ। ਸਿਰਫ ਜੋ ਹਰੀ ਦਾ ਮਾਰਗ ਹੈ, ਹਰ ਪਦ ਹੈ, ਚੌਥਾ ਪਦ ਨਿਜ ਪਦ ਪ੍ਰਕਾਸ਼ ਹੈ, ਜਿੱਥੇ ਉਹਨੂੰ ਦ੍ਰਿੜ ਕਰਕੇ ਰੱਖਣਾ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਹਿ ਰਹੀ ਹੈ। ਤੇ ਹੁਣ ਆਪਾਂ ਵੀ ਅਭਿਆਸ ਕਰਦੇ ਹਾਂ ਸਾਰੇ ਹੀ, ਪਰ ਜੇ ਆਪਾਂ ਨੂੰ ਪੁੱਛਾਂਗੇ ਕਿਵੇਂ ਬਿਆਨ ਕਰ ਸਕਦੇ ਹਾਂ, ਕਿਉਂਕਿ ਬਿਆਨ ਕਰਨ ਦੇ ਵਿੱਚ ਨਹੀਂ ਹੈ। ਜੁਗਤੀ ਦੱਸ ਸਕਦੇ, ਗੁਰੀ ਦੱਸ ਸਕਦੇ ਹਾਂ, ਵਿਧੀ ਦੱਸ ਸਕਦੇ ਹਾਂ, ਲੇਕਿਨ ਬਿਆਨ ਨਹੀਂ ਕੀਤਾ ਜਾਂਦਾ। ਜਿਵੇਂ ਗੂੰਗਾ ਗੁੜ ਖਾ ਕੇ ਦੱਸ ਨਹੀਂ ਸਕਦਾ, ਇੱਦਾਂ ਜਿਹੜੇ ਜੀਵ ਉਸ ਨੂੰ ਦੇਖਦੇ ਨੇ, ਦਰਸ਼ਨ ਕਰਦੇ ਨੇ, ਉਸ ਦੇ ਆਨੰਦ ਨੂੰ ਮਾਣਦੇ ਨੇ, ਪਰ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਗੂੰਗੇ ਹਾਲਤ ਹੋ ਜਾਂਦੀ ਹੈ। ਪਰ ਅਸੀਂ ਸੱਜਾ ਖੱਬਾ ਦੋਨੋਂ ਛੱਡ ਕੇ ਵਿਚਾਲੇ ਮਾਰਗ ਤੇ ਸਿੱਧੇ ਮਾਰਗ ਤੇ ਇਸ ਪਦ ਨੂੰ ਆਪਾਂ ਦ੍ਰਿੜ ਕਰਕੇ ਲੈਣਾ ਹੈ। ਪਰ ਸਾਡੇ ਮਨ ਦੇ ਵਿੱਚ ਕਦੇ ਇਹ ਹੰਕਾਰ ਨਹੀਂ ਆਉਣਾ ਚਾਹੀਦਾ ਕਿ ਅਸੀਂ ਜੇ ਹਾਂ, ਅਸੀਂ ਉਹ ਹਾਂ, ਮੈਂ ਪੰਡਿਤ ਹਾਂ, ਮੈਂ ਗੁਣੀ ਗਿਆਨੀ ਹਾਂ, ਮੈਂ ਦਾਤਾ ਹਾਂ। ਐਸਾ ਨਹੀਂ। ਜੇ ਇਹ ਆ ਗਿਆ ਤਾਂ ਪ੍ਰਭੂ ਸਾਨੂੰ ਇਹ ਮਾਰਗ ਹੀ ਭੁਲਾ ਦਿੰਦਾ ਹੈ। ਜਿਸ ਨੂੰ ਭੁਲਾ ਦੇਵੇ ਉਸ ਨੂੰ ਕੋਈ ਨਹੀਂ ਮਿਲਾ ਸਕਦਾ। ਜਿਹਨੂੰ ਦਿਖਾ ਦੇਵੇ ਬਾਟੜੀ ਉਹਨੂੰ ਭੁਲਾ ਕੋਈ ਨਹੀਂ ਸਕਦਾ। ਸਤਿਗੁਰੂ ਜੀ ਗੁਰਬਾਣੀ ਸਮਝਾਉਂਦੇ ਨੇ ਜਿਸੇ ਦਿਖਾਵਾ ਬਾਟੜੀ ਤਿਸੈ ਭੁਲਾਵੇ ਕੌਣ। ਜਿਸੇ ਭੁਲਾਵਾਂ ਪੰਧ ਸਿਰ ਤਿਸੈ ਜਨਾਵੇ ਕੌਣ। ਜਿਹਨੂੰ ਮੈਂ ਰਸਤਾ ਭੁਲਾ ਦੇਵਾਂ ਉਹਨੂੰ ਕੋਈ ਜਨਾ ਨਹੀਂ ਸਕਦਾ, ਅਤੇ ਜਿਹਨੂੰ ਮੈਂ ਜਨਾ ਦੇਵਾਂ ਉਸ ਨੂੰ ਕੋਈ ਮਿਲਾ ਨਹੀਂ ਸਕਦਾ, ਭੁਲਾ ਨਹੀਂ ਸਕਦਾ। ਜਿਹਨੂੰ ਭੁਲਾ ਦੇਵਾਂ ਉਸ ਨੂੰ ਕੋਈ ਜਨਾ ਨਹੀਂ ਸਕਦਾ। ਆਓ ਅੱਗੇ ਰਾਗ ਗੌੜੀ ਪੂਰਬੀ ਕਬੀਰ ਜੀ। ਅੱਗੇ ਗੌੜੀ ਪੂਰਬੀ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਇੱਕ ਓਂਕਾਰ ਜਿਹੜੀ ਧੁਨ ਹੈ, ਗਿਆਨ ਹੈ, ਗੁਰ ਹੈ, ਸ਼ਬਦ ਹੈ, ਜੋ ਸਤਿਗੁਰ ਦੀ ਕਿਰਪਾ ਸਦਕਾ ਆਪਾਂ ਇਸ ਮਾਰਗ 'ਤੇ ਚੱਲ ਸਕਦੇ ਹਾਂ। ਉਸੇ ਤੱਕ ਤੋਂ ਬਾਅਦ ਹੀ ਇਹ ਸਾਰਾ ਗਿਆਨ ਹੁੰਦਾ ਹੈ ਸੱਚੇ ਗੁਰ ਤੋਂ, ਸਤਿਗੁਰ ਤੋਂ। ਜਿਵੇਂ ਆਪਾਂ ਪਹਿਲਾਂ ਵੀ ਵਿਚਾਰਿਆ ਹੈ, ਸਤਿਗੁਰ ਮਿਲੇ ਅੰਧੇਰਾ ਚੂਕੈ, ਬਿਨ ਬੂਝੇ ਕਿਉਂ ਰਹੀਏ। ਵੀ ਫਿਰ ਸਾਡਾ ਗਿਆਨਤਾ ਦਾ ਅੰਧੇਰਾ ਖਤਮ ਹੁੰਦਾ ਹੈ। ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਤਾਗਾ ਟੂਟਾ ਗਗਨ ਬਿਨਸ ਗਿਆ, ਤੇਰਾ ਬੋਲਤ ਕਹਾਂ ਸਮਾਈ। ਸਮਝਾਉਂਦੇ ਨੇ ਕਿ ਸਾਡਾ ਜਿਹੜਾ ਬੰਧਨਾਂ ਦਾ ਧਾਗਾ ਸੀ ਉਹ ਟੁੱਟ ਗਿਆ, ਮਨ ਦਾ ਆਪਾ ਖਤਮ ਹੋ ਗਿਆ। ਪਰ ਹੋਇਆ ਕਿੱਥੇ? ਗਗਨ ਦੇ ਵਿੱਚ। ਗਗਨ ਕੀ ਹੈ? ਜੋ ਸਾਹਮਣੇ ਹੈ, ਚੌਥਾ ਪਦ, 3 ਸੁਰਨਾ ਤੋਂ ਉੱਤੇ ਜੋ ਗਗਨ ਹੈ। ਪਰ ਹੋਇਆ ਕਿਵੇਂ? ਜਦੋਂ ਭਗਤਾਂ ਨੇ ਗਿਆਨ ਲਿਆ, ਗੁਰ ਦਾ ਗਿਆਨ ਲਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜਿਹੜਾ ਗੁਰ ਹੈ ਇਹ ਕੋਈ ਜੀਵ ਨਹੀਂ ਦੇ ਸਕਦਾ, ਇਨਸਾਨ ਨਹੀਂ ਦੇ ਸਕਦਾ, ਆਪ ਪਰਮੇਸ਼ਰ
ਆਪਣੇ ਜਨਾਂ ਦੀ ਰਸਨਾ 'ਤੇ ਬੈਠ ਕੇ ਇਹ ਗਿਆਨ ਦਿੰਦਾ ਹੈ। ਤੋ ਦੱਸ ਰਹੇ ਨੇ ਵੀ ਜਦੋਂ ਅਸੀਂ ਗਿਆਨ ਲਿਆ, ਉੱਥੇ ਗਿਆ ਜਿੱਥੇ ਜਾ ਕੇ ਆਵਾਜ਼ ਤੇਰੀ ਸਮਾਈ, ਜਿੱਥੇ ਦੱਸਿਆ ਵੀ ਇੱਥੇ ਧਿਆਨ ਲਾਓ। ਵੀ ਜਦੋਂ ਅਸੀਂ ਧਿਆਨ ਲਗਾਇਆ ਉੱਥੇ, ਉਹਦੇ ਨਾਲ ਕੀ ਹੋਇਆ ਗਗਨ ਦੇ ਵਿੱਚ ਕਿ ਸਾਡਾ ਬੰਧਨਾਂ ਦਾ ਧਾਗਾ ਟੁੱਟ ਗਿਆ ਅਤੇ ਮਨ ਦਾ ਆਪਾ ਖਤਮ ਹੋ ਗਿਆ। ਧਾਗਾ ਟੂਟਾ ਗਗਨ ਬਿਨਸ ਗਿਆ, ਤੇਰਾ ਬੋਲਤ ਕਹਾਂ ਸਮਾਈ। ਵੀ ਜਾਂ ਜਿੱਥੇ ਤੇਰਾ ਬੋਲ ਸਮਾਇਆ ਤਾਂ ਬੋਲ ਕੇ ਦੱਸਿਆ ਵੀ ਇੱਥੇ ਧਿਆਨ ਲਾਓ। ਉੱਥੇ ਧਿਆਨ ਲਗਾਉਣ ਦੇ ਨਾਲ ਇਹ ਮਾਇਆ ਦਾ ਜਿਹੜਾ ਬੰਧਨ ਦਾ ਧਾਗਾ ਸੀ ਉਹ ਟੁੱਟ ਗਿਆ, ਆਪਾ ਖਤਮ ਹੋ ਗਿਆ। ਇਹ ਸੰਸਾ ਮੋਕੋ ਅਨਦਿਨ ਵਿਆਪੈ, ਮੋਕੋ ਕੋ ਨਾ ਕਹੇ ਸਮਝਾਈ। ਕਹਿੰਦੇ ਇਹ ਪਤਾ ਸੀ ਵੀ ਕੋਈ ਜੀਵ ਦੱਸੇਗਾ, ਗਿਆਨ ਦੇਗਾ ਦਾ ਜਿੱਥੋਂ ਬੰਧਨ ਟੁੱਟਣੇ ਨੇ, ਉਸ ਦੇ ਆਵਾਜ਼ ਦੇ ਵਿੱਚ ਧਿਆਨ ਲਾ ਕੇ ਆਪਾਂ ਉਸ ਵਿੱਚ ਸਮਾਵਾਂਗੇ ਅਤੇ ਸਾਡੇ ਬੰਧਨ ਟੁੱਟ ਜਾਣਗੇ। ਪਰ ਇਹ ਗਿਆਨ ਦੇ ਕੋਈ ਨਹੀਂ ਸੀ ਰਿਹਾ। ਇਹ ਮੈਨੂੰ ਬੜਾ ਸਤਾਉਂਦਾ ਸੀ, ਸੰਸਾ ਸੀ ਜਿਹੜਾ, ਇਹ ਮੈਨੂੰ ਅੰਦਨ ਵਿਆਪਦਾ ਸੀ ਕਿ ਕੋਈ ਐਸਾ ਮੈਨੂੰ ਗਿਆਨ ਦੇਵੇਗਾ ਜਿਹਦੇ ਨਾਲ ਮੇਰੇ ਬੰਧਨ ਟੁੱਟ ਜਾਣਗੇ। ਪਰ ਫਿਰ ਜਦੋਂ ਮਿਲਿਆ, ਗਿਆਨ ਲਿਆ ਅਤੇ ਉਹਦੇ ਨਾਲ ਬੰਧਨ ਟੁੱਟ ਗਏ। ਪਹਿਲਾਂ ਵਿਆਪਦਾ ਸੀ, ਕੋਈ ਸਮਝਾਉਂਦਾ ਨਹੀਂ ਸੀ, ਗਿਆਨ ਦਿੰਦਾ ਨਹੀਂ ਸੀ ਕੋਈ, ਕਿਵੇਂ ਬੰਧਨ ਟੁੱਟਣੇ ਨੇ, ਕਿਵੇਂ ਗਗਨ ਦੇ ਵਿੱਚ ਅਸੀਂ ਧਿਆਨ ਲਗਾਉਣਾ ਹੈ, ਕਿਸ ਆਵਾਜ਼ ਦਾ ਪਿੱਛਾ ਕਰਨਾ ਹੈ, ਇਹ ਗਿਆਨ ਨਹੀਂ ਸੀ। ਇਸ ਕਰਕੇ ਸਾਨੂੰ ਇਹ ਸੰਸੇ ਵਿਆਪਦੇ ਸੀ, ਸਾਨੂੰ ਭਰਮ ਵਿਆਪਦਾ ਸੀ, ਕਿਉਂਕਿ ਕੁਝ ਸਮਝਾਉਂਦਾ ਨਹੀਂ ਸੀ ਕਿਵੇਂ ਆਪਾਂ ਸਮਾਉਣਾ ਹੈ ਮਾਲਕ ਦੇ ਵਿੱਚ, ਕਿਵੇਂ ਮਨ ਨੂੰ 9 ਦਰਾਂ ਤੋਂ ਮੁਕਤ ਕਰਨਾ ਹੈ। ਹੁਣ ਸ਼ਬਦ ਸ਼ੁਰੂ ਕਰਦੇ ਹਾਂ। ਜਦੋਂ ਫਿਰ ਗਿਆਨ ਲੈ ਲਿਆ, ਬੰਧਨ ਟੁੱਟ ਗਏ, ਫਿਰ ਉਹ ਅਵਸਥਾ ਦੱਸਦੇ ਨੇ। ਜੈ ਕਿਛ ਆਹਾਂ ਤਹਾਂ ਕਿਛ ਨਾਹੀਂ, ਪੰਜ ਤੱਤ ਤੈ ਨਾਹੀਂ। ਫਿਰ ਪਤਾ ਚੱਲਿਆ ਵੀ ਤਨ ਦਾ ਪੰਜ ਤੱਤ ਦਾ ਜਿਹੜਾ ਸਰੀਰ ਹੈ, ਇਹ ਤਾਂ ਸੰਸਾਰ ਤੱਕ ਸੀਮਤ ਹੈ। ਇਹ ਕਾਲ ਦਾ ਬਣਾਇਆ ਅਤੇ ਕਾਲ ਤੱਕ ਹੀ ਸੀਮਤ ਹੈ। ਅਖੀਰ ਕਾਲ ਇਸ ਨੂੰ ਖਾ ਜਾਂਦਾ ਹੈ। ਸਰੀਰ ਹੈ ਮਿੱਟੀ ਤੋਂ ਪੈਦਾ ਹੋਇਆ, ਮਿੱਟੀ ਹੋ ਜਾਂਦਾ ਹੈ। ਲੇਕਿਨ ਜਿੱਥੇ ਫਿਰ ਧਿਆਨ ਜੁੜਦਾ ਹੈ, ਉੱਥੇ ਸਿਰਫ ਪ੍ਰਕਾਸ਼ ਹੈ। ਜਦੋਂ ਮਨ ਬੰਧਨਾਂ ਤੋਂ ਮੁਕਤ ਹੁੰਦਾ ਹੈ, ਸ਼ਬਦ ਦੁਆਰਾ ਸਮਾਉਂਦਾ ਹੈ, ਸ਼ਬਦ ਸਮਾਵੈ ਬੂਝੇ ਹਰਿ ਸੋਈ। ਜਿਹੜਾ ਗੁਰ ਸ਼ਬਦ ਵਿੱਚ ਸਮਾਉਂਦਾ ਹੈ, ਗੁਰ ਸ਼ਬਦ ਸਮਾਵੈ ਬੂਝੈ ਹਰਿ ਸੋਈ। ਜਿਹੜਾ ਗੁਰ ਸ਼ਬਦ ਦਾ ਗਿਆਨ ਲੈ ਕੇ ਉੱਥੇ ਧਿਆਨ ਲਗਾ ਕੇ ਸਮਾਉਂਦਾ, ਹਰੀ ਨੂੰ ਬੁੱਝ ਲੈਂਦਾ ਹੈ। ਪਰ ਇਹ ਪਹਿਲਾਂ ਗਿਆਨ ਨਹੀਂ ਸੀ ਦਿੰਦਾ ਕੋਈ। ਫਿਰ ਜਦੋਂ ਗਿਆਨ ਮਿਲਿਆ, ਬੰਧਨ ਟੁੱਟੇ, ਫਿਰ ਪਤਾ ਚੱਲਿਆ ਵੀ ਆਹ ਗੱਲਾਂ ਜਿਹੜੀਆਂ ਸੰਸਾਰ ਕਰਦਾ ਹੈ, ਉੱਥੇ ਤਾਂ ਹੈ ਹੀ ਨਹੀਂ। ਪੰਜ ਤੱਤ ਤਾਂ ਉੱਥੇ ਹੈਗੇ ਹੀ ਨਹੀਂ। ਜੈ ਕਿਛ ਆਹਾਂ ਤਹਾਂ ਕਿਛ ਨਾਹੀਂ, ਪੰਜ ਤੱਤ ਹੈ ਨਾਹੀਂ। ਉੱਥੇ ਤਾਂ ਪੰਜ ਤੱਤ ਹੀ ਨਹੀਂ ਹੈ। ਉੱਥੇ ਕੀ ਹੈ? ਪ੍ਰਕਾਸ਼। ਈੜਾ ਪਿੰਗਲਾ ਸੁਖਮਨ ਬੰਦੇ, ਇਹ ਅਵਗਣ ਕਤ ਜਾਹੀ। ਵੀ ਈੜਾ ਪਿੰਗਲਾ ਦੋ ਨੇ, ਅਤੇ ਜਦੋਂ ਸੁਖਮਨ ਪ੍ਰਗਟ ਹੋ ਜਾਂਦੀ ਹੈ, ਅਤੇ ਈੜਾ ਪਿੰਗਲਾ ਸਾਨੂੰ ਦਿਸਣੋਂ ਹਟ ਜਾਂਦੀ ਹੈ, ਅਲੋਪ ਹੋ ਜਾਂਦੀ ਹੈ, ਸੁਖਮਨਾ ਰਹਿ ਜਾਂਦੀ ਹੈ, ਕਿਉਂਕਿ ਪ੍ਰਕਾਸ਼ ਰਹਿ ਜਾਂਦਾ ਹੈ। ਅਤੇ ਇਹ ਅਵਗਣ ਨੇ ਜਿਹੜੇ ਫਿਰ ਖਤਮ ਹੋ ਜਾਂਦੇ ਨੇ। ਫਿਰ ਪਤਾ ਚੱਲਦਾ ਕਿ ਉੱਥੇ ਤਾਂ ਪ੍ਰਕਾਸ਼ ਹੈ। ਜਹ ਪਰ ਭੰਡ ਪਿੰਡ ਤੈ ਨਾਹੀਂ, ਰਚਨਹਾਰ ਤੈ ਨਾਹੀਂ। ਵੀ ਉੱਥੇ ਜਿੱਥੇ ਪਰਮੇਸ਼ਰ ਵਸਦਾ ਹੈ, ਉੱਥੇ ਕੁਛ ਵੀ ਨਹੀਂ ਹੈ, ਨਾ ਸਰੀਰ ਹੈ, ਨਾ ਬ੍ਰਹਮੰਡ ਹੈ। ਉੱਥੇ ਸਿਰਫ ਪਰਮੇਸ਼ਰ ਦਾ ਵਾਸਾ ਹੈ ਜੋ ਅਵਿਨਾਸੀ ਹੈ। ਜੋੜਨਹਾਰੋ ਸਦਾ ਤੀਤਾ, ਇਹ ਕਹੀਏ ਕਿਸ ਮਾਹੀ। ਪਰ ਜਿਹੜਾ ਸਾਨੂੰ ਉਸ ਪ੍ਰਭੂ ਦਾ ਗਿਆਨ ਦਿੰਦਾ ਹੈ, ਜੋੜਦਾ ਹੈ, ਉਹ ਖੁਦ ਪਹਿਲਾਂ ਇਸ ਤੋਂ ਅਤੀਤ ਹੈ, ਇਸ ਤੋਂ ਨਿਰਲੇਪ ਹੈ। ਉਸ ਦੀ ਜੋਤ ਪਹਿਲਾਂ ਉੱਥੇ ਸਮਾਈ ਹੈ, ਉਹੀ ਸਾਨੂੰ ਜੋੜਦਾ ਹੈ, ਉਹੀ ਗਿਆਨ ਦਿੰਦਾ ਹੈ, ਜਿਹੜਾ ਆਪ ਤ੍ਰੈ ਗੁਣਾ ਤੋਂ ਅਤੀਤ ਹੈ, ਜਿਹੜਾ ਆਪ ਹੀ ਬੰਧਨਾਂ 'ਚ ਫਸਿਆ ਤ੍ਰੈ ਗੁਣਾ ਦੇ ਵਿੱਚ। ਉਹ ਦੂਜੇ ਨੂੰ
नहीं जोड़ सकता। जिवें आपां पहले शब्द विचार के आए हाँ कि जिहदे कोल भी जांदे सी भी सानू इन्हां बंधनां तो छुटाओ, वो खुद ही बंधनां विच फसिया होया सी। वो विद नहीं सी दसदा, कोई ज्ञान नहीं सी देंदा, क्योंकि जो ज्ञान देगा पहला वो आप अतीत होना चाहिए है त्रै गुणा तो, फिर ही सानू उस प्रभु का ज्ञान देता है। फिर वो दसदा है, ये कहता है, ये ज्ञान देता है किवें आपां प्रभु च समाउणा है, किवें ध्यान लाउणा है, किवें ईड़ा पिंगला सुखमना दा हित लैना है, जितों साडे अंदर गुण प्रगट होने ने ते अवगुण खत्म हो जाने ने। जोड़ी जुड़े ना तोड़ी टूटै, जब लग होए विनाशी। जब तक असी शरीर भी विनाश है तो जब तक असी अखरां तक सीमित हाँ वो भी नासवान ने, शरीर भी नासवंत है। जब तक तन की भगती करते सिर्फ तन द्वारा, उन्नी देर साडी प्रभु के नाल ना जुड़ती है ना माया के नालों टुटती है, क्योंकि असी जुड़े ही नासवान चीज़ के नाल हैं। नासवान तो तोड़ के अविनाशी नाल जुड़न दे वास्ते सानू वही जीव ज्ञान दे सकेगा जिहड़ा आप त्रै गुणा तो अतीत है। काको ठाकुर काको सेवक को काहू का जासी। जब तक नासवंत दे विच हाँ ना कोई ठाकुर है ना कोई सेवक है, इस करके उत्थे कौन जा सकता है? ध्यान मन, तन नहीं। इस करके संसार विच तन करके ही जीव अपने आप नूं कुछ ना कुछ जना देंदे हैं, अपने आप नूं चाकर दसते ने जां परमेश्वर ठाकुर कह देंदे ने। लेकिन प्रभु अविनाशी है, उसका चाकर भी अविनाशी होएगा। जब मन प्रगट हो जाता है, त्रै गुणा तो अतीत हो जाता है, उस प्रभु के हुक्म चलता है, उत्थे जाके सम चेरा सम ठाकुर हो जाता है। वहाँ सम ठाकुर सम चेरा। लेकिन जब तक विनाशी चीज़ां तक हाँ, अखरां तक सीमित हाँ, शरीर तक सीमित हाँ, तन तक, उदे तक ना तो साडी माया नालों टुट सकती है ते ना प्रभु दे नाल जुड़ सकती है। कहो कबीर लिव लाग रही है, जहाँ बसै दिन राती। ते बाबा कबीर जी कह रहे ने, कहते साडी तां लिव उत्थे जुड़ी है जिथे प्रभु हर समय दिन रात बसता है, जो अविनाशी है, जो हर समय है, हर थां ते है। कोई ऐसी जगह ही नहीं जिथे नहीं है। उआ का मर्म ओही पर जाना है, वो तो सदा विनाशी। इस करके उस परमेश्वर के बारे तो वही जान सकता है जिहड़ा उत्थे वसदा है, जिहदी लिव उत्थे जुड़ी है, जिथे दिन रात जिथे प्रभु वसदा उत्थे असी साडा वासा हो जाता है। वही इस दा नूं जानदा है, फिर वही उत्थे दे मर्म नूं, उत्थे दा भेद जान सकता है, जिन्हों उस प्रभु दे नाल मिलाप होया अविनाशी दे नाल। जब तक नासवंत चीज़ां नाल जुड़े हाँ, शरीरां नाल जुड़ जाते हाँ, अखरां नाल जुड़ जाते हाँ, स्थानां नाल जुड़ जाते हाँ, उन्नी देर ना प्रभु दे नाल साडी टुटी गंढी जाती है ते ना माया दे नालों साडी टुट सकती है। ताई जब तक माया नालों टुटदी नहीं, तब तक उदों तक प्रभु दे नाल साडी गंढी नहीं जाती। जिवें बाबा कबीर जी समझाते ने, राम रतन तो पाई है जो पहले तजै शरीर। 9 द्वारां दे शरीर नूं मन छड्डेगा, फिर प्रभु दे नाम रतन नूं प्राप्त करता है। आओ अगे गौड़ी कबीर जी दी रहो पंक्तियां ने, मेरे राजन मैं बैरागी जोगी। बाबा कबीर जी समझा रहे हैं कि प्रभु मेरा राजा है,
मेरा मालिक है, मेरा पातशाह है। मैं जोगी हाँ, बैरागी हाँ। मैं प्रभु दे नाल जो कीता है ते माया तो बैराग कीता है। प्रभु दे नाल जुड़न वास्ते माया तो बैरागी होना ते प्रभु दे नाल जोग होता है। जिन्नी देर इधरों बैरागी नहीं होंदे ते उधर प्रभु दे नाल मिलाप नहीं होंदा, प्रभु दे नाल नहीं जुड़ सकते। मरत न सोग वियोगी। हुण शरीर मरनहार है, लेकिन असी तो परमेश्वर नाल जुड़ गए, वो अविनाशी है। इस करके हुण जिथे साडा वासा हो गया उत्थे ना सानू मौत आउणी है ते ना उत्थे कोई सोग है, दुख है, ते ना साडा विछोड़ा होना है, वियोग भी नहीं है। क्योंकि प्रभु दे नाल जोड़ लई, माया नालों तोड़ के प्रभु नाल जोड़ी। जिमें बाबा रविदास जी कहते ने कि हुण तेरे नाल जोड़ी है, पर तेरे नाल जोड़न वास्ते होरां नालों तोड़नी पई है। ऐसी प्रीत हम तुम स्यों जोड़ी, तुम सर जोर अवर संग तोड़ी। इस तरीके दे नाल सानूं समझाउंदे ने कि असीं हुण उस प्रभु दे नाल जुड़ गए हाँ। हुण मन अविनाशी नाल जुड़न करके ना मौत आएगी, ना सोग होएगा ते ना प्रभु दे नालों विछोड़ा होएगा। ये रोह पंक्तियां ने। होए किवें? सुरत सिमरत दोए कन्नी मुंदा, परमित बाहर खिंथा। हुण समझाउंदे ने कि प्रभु दा सिमरन सुरती द्वारा किवें करना है। ये दोनों कन्नां दे विच ज्ञान दी मुद्र पा लई ते बाहरी ज्ञान सी जिहड़ा वो असीं छड्ड दित्ता। अंदर दा ज्ञान ले लिया, बाहरी ज्ञान छड्ड दित्ता। सुन गुफा में आसन बैसन, कल्प वर्जित पंथा। कहते हुण बैसन आसन कित्थे कर दिता? सुन गुफा दे विच, चौथी सुन जिहड़ी है जिथे प्रभु वसदा है, हर जी गुफा अंदर रख के। जिथे हुण कल्पना नहीं रह जाती। पहला कल्पनावां हुंदियां जीव दीयां, इत्थे कल्पना नहीं, क्योंकि इत्थे प्रतख मालिक प्रगट होता है। इस करके असीं कल्पना छड्ड दित्ती, विवर्जन छड्ड दित्ती। हुण गुर दा ज्ञान लैके कन्नां दे विच सुरती द्वारा सिमरन दी ज्ञान दी मुद्रा पा लई ते बाहरी मत असीं छड्ड दित्ती ते फिर सुन गुफा च साडा आसन बैसन हो गया ते जिथे कल्पन विवर्जित है, जिथे असीं सारा कुछ छड्ड के सिर्फ गुर दे ज्ञान नूं सुन के मन के दृढ़ कीता। खंड ब्रह्मांड मैं सिंगी मेरा बटुआ, सब जग भस्म धारी। जदों यह ज्ञान हो गया कि हुण असीं सिंगी हुंदा है, जिन्हों नरसिंगा भी कह देंगे, जिहड़ा ध्यान मार्ग आपां दृढ़ करते हैं भी यही साडा असली खजाना है। हुण खंडा ब्रह्मांडां दे विच मालिक वसदा है, पर असीं भुल्ले हाँ, क्योंकि असीं बाहर चलते हाँ, अंदर दा सुन दा ज्ञान नहीं लैंदे। जदों सुन दा ज्ञान लैके बाहरी ज्ञान छड्ड दिंदे हाँ ते फिर जाके साडा एक ही रह जाता है ये मार्ग, सिंगी इनू कहते हैं। तो फिर पता चलता है भी संसार जिहड़ा है दिसता है ये तो सब एक मिट्टी है। तो संसारी लोगों ने इस माया के कपड़े नूं पहनिया है। जब तक माया का कपड़ा नहीं उतारते प्रभु दे नाल मिलाप नहीं होंदा। इस करके सारा जग की है पसमाधारी, मैं कहना वर्दीधारी। पसमाधारी क्यों कह के साडा शरीर पसम की ढेरी है ते मन ने इस शरीर नाल जुड़े होने करके पसमाधारी है। ताड़ी लागी त्रिपल पलटी है, छुट्टे होए पसारी। पर जिन्हां दा आसन लग जाता उस प्रभु दे विच
ਉਹ ਫਿਰ ਜਿਹੜਾ ਇਹ ਤ੍ਰੈ ਗੁਣਾਂ ਦਾ ਗਿਆਨ ਹੈ ਇਹ ਛੱਡ ਦਿੰਦੇ, ਕਿਉਂਕਿ ਉੱਥੇ ਮਤ ਪਲਟ ਜਾਂਦੀ ਹੈ, ਉਲਟੀ ਹੋ ਜਾਂਦੀ ਹੈ ਮਤ। ਤੇ ਜਿਹੜਾ ਇਹ ਪਸਾਰਾ ਹੀ ਛੁੱਟ ਜਾਂਦਾ ਹੈ, ਫਿਰ ਪ੍ਰਭੂ ਹੀ ਮਨ ਦੇ ਵਿੱਚ ਵਸ ਜਾਂਦਾ ਹੈ। ਥਿਰ ਪਈ ਤੰਤੀ ਟੂਟ ਸੁਨਾਹੀ ਅਨੰਦ ਕਿੰਗਰੀ ਬਾਜੀ। ਹੁਣ ਪ੍ਰਭੂ ਦੇ ਨਾਲ ਐਸੀ ਲਿਵ ਜੁੜ ਗਈ, ਥਿਰ ਹੋ ਗਈ ਸਾਡੀ ਜਿਹੜੀ ਤਾਰ ਜੁੜ ਗਈ ਪ੍ਰਭੂ ਦੇ ਨਾਲ, ਕਿ ਹੁਣ ਉਹ ਦੁਆਰ ਸਾਡੀ ਟੁੱਟਦੀ ਨਹੀਂ ਪ੍ਰਭੂ ਦੇ ਨਾਲ। ਤੇ ਹੁਣ ਅਸੀਂ ਕਿੰਗਰੀ ਕਿਹੜੀ ਵਜਾਉਂਦੇ? ਅਨਹਦ ਦੇ ਵਿੱਚ। ਆਪ ਸਾਡਾ ਮਿੱਥਿਆ ਸਰੀਰ ਹੈ, ਇੱਥੋਂ ਜਿੱਥੋਂ ਨੌਂਦਰ ਖਤਮ ਹੋ ਕੇ ਇਸ ਚੌਥੀ ਸੁਨ ਸ਼ੁਰੂ ਹੋ ਜਾਂਦੀ, ਉਸ ਨੂੰ ਅਨਹਦ ਕਹਿ ਦਿੰਦਾ ਹੈ। ਅਨਹਦ ਦੇ ਵਿੱਚ ਸਾਡੀ ਕਿੰਗਰੀ ਵੱਜਦੀ ਹੈ। ਸੁਨ ਮਨ ਮਗਨ ਪਏ ਹੈ ਪੂਰੇ, ਮਨ ਪਵਨ ਦੂਏ ਤੁੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ। ਮਨ ਤੇ ਪਾਉਣ, ਮਨ ਨੂੰ ਪਾਉਣ ਤੋਂ ਤੋੜਨਾ ਹੈ, ਨਾਮ ਨਾਲ ਜੋੜਨਾ ਹੈ, ਕਿਉਂਕਿ ਮਨ ਨੂੰ ਪਾਉਣ 'ਚ ਬੰਧਨ ਪੈਂਦੇ ਨੇ। ਪਾਉਣ 'ਚ ਆਉਂਦਾ ਹੈ ਮਨ, ਬੰਧਨਾਂ 'ਚ ਪੈਂਦਾ ਹੈ। ਜਦੋਂ ਮਨ ਪਾਉਣ ਤੋਂ ਵੱਖ ਹੋ ਜਾਂਦਾ ਹੈ ਤੇ ਫਿਰ ਜਾ ਕੇ ਉਸ ਪ੍ਰਭੂ ਦੇ ਨਾਲ ਮਿਲਾਪ ਹੁੰਦਾ ਹੈ। ਪਰ ਯੁੱਗਾਂ ਤੋਂ ਇਹ ਜਿਹੜਾ ਸੰਸਾਰ ਹੈ, ਹਰ ਇੱਕ ਨੂੰ ਇੱਕ ਵਾਰੀ ਪਾਉਣ ਨਾਲ ਮਿਲਾ ਦਿੱਤਾ ਜਾਂਦਾ ਹੈ ਤੇ ਆਪ ਗੁਪਤ ਹੋ ਜਾਂਦਾ ਹੈ ਪ੍ਰਭੂ। ਕਿਉਂਕਿ ਪਾਉਣ ਦੇ ਨਾਲ ਜਦੋਂ ਮਿਲਦਾ ਹੈ ਮਨ ਤੇ ਪ੍ਰਭੂ ਤੋਂ ਵਿਛੜਦਾ, ਜਿਹਨੂੰ ਆਪਾਂ ਸਮਝਾਉਂਦੇ ਹਾਂ ਸਤਿਗੁਰੂ ਜੀ ਕਿ ਮਾਤਾ ਦੇ ਗਰਭ ਦੇ ਵਿੱਚ ਜਦੋਂ ਸਾਡੀ ਲਿਵ ਜੁੜੀ ਹੁੰਦੀ ਹੈ ਨਾਮ ਦੇ ਨਾਲ, ਪਰ ਜਦੋਂ ਜਨਮ ਹੁੰਦਾ ਹੈ, ਜਿਉਂ ਹੀ ਗਰਭ ਛੱਡ ਕੇ ਸੰਸਾਰ 'ਚ ਆਉਂਦਾ ਹੈ ਜੀਵ, ਖਸਮ ਨੂੰ ਵਿਸਾਰ ਦਿੰਦਾ, ਕਿਉਂਕਿ ਪਾਉਣ ਨਾਲ ਜੁੜਦਾ ਹੈ। ਗਰਭ ਛੋੜ ਜੋ ਜਗ ਮੈਂ ਆਇਓ, ਲਾਗਤ ਪਵਨ ਖਸਮ ਬਿਸਰਾਇਓ। ਹੁਣ ਮਨ ਪਾਉਣ ਦੇ ਵਿੱਚ ਆ ਕੇ ਜੁੜ ਜਾਂਦਾ ਹੈ ਤੇ ਇੱਦਾਂ ਇਸ ਪਰਮੇਸ਼ਰ ਦਾ ਰਚਨਾ ਹੈ, ਯੁੱਗਾਂ ਤੋਂ ਚਲੀ ਆ ਰਹੀ, ਕਿ ਸਭ ਦੀ ਲਿਵ ਤੋੜ ਦਿੰਦਾ ਹੈ। ਫਿਰ ਜਿਨ੍ਹਾਂ 'ਤੇ ਖੁਸ਼ ਹੁੰਦਾ ਉਹਦੀ ਲਿਵ ਜੁੜਦਾ, ਕਿਉਂਕਿ ਪਾਉਣ ਦੇ ਵਿੱਚ ਇੱਕ ਵਾਰੀ ਮਿਲਣਾ ਹੀ ਮਿਲਣਾ ਹੈ ਮਨ ਨੇ। ਪਰ ਜਦੋਂ ਸਾਡੀ ਲਿਵ ਜੁੜ ਜਾਂਦੀ ਹੈ, ਫਿਰ ਸਾਡਾ ਮਨ ਪਾਉਣ 'ਚ ਨਹੀਂ ਆਉਂਦਾ, ਕਿਉਂਕਿ ਫਿਰ ਉੱਥੇ ਵਸਦਾ ਜਿੱਥੇ ਆਪਾਂ ਪਹਿਲਾਂ ਵਿਚਾਰ ਕੇ ਆਏ ਹਾਂ ਕਿ ਜਿੱਥੇ ਪ੍ਰਕਾਸ਼ ਹੈ। ਪਾਉਣ ਤਨ ਤੱਕ ਸੀਮਤ ਹੈ, ਮਨ ਸੁਣ ਦੇ ਵਿੱਚ ਵਾਸਾ ਹੋ ਜਾਂਦਾ ਹੈ, ਜਿੱਥੇ ਪਾਉਣ ਨਹੀਂ ਹੈ, ਪਾਣੀ ਨਹੀਂ ਹੈ, ਅਗ ਨਹੀਂ ਹੈ, ਪੰਜ ਤੱਤ ਨਹੀਂ ਹਨ। ਸੁਨ ਮਨ ਮਗਨ ਪਏ ਹੈ ਪੂਰੇ, ਮਾਇਆ ਡੋਲ ਨਾ ਲਾਗੀ। ਕਹਿੰਦੇ ਹੁਣ ਜੀਵ ਜਦੋਂ ਇਹ ਗਿਆਨ ਲੈ ਲੈਂਦਾ ਹੈ, ਮਨ ਨੇ ਸੁਣ ਲਿਆ ਤੇ ਫਿਰ ਹੁਣ ਮਗਨ ਹੋ ਗਏ ਉਸ ਗੁਰ ਦੇ ਗਿਆਨ ਦੇ ਵਿੱਚ। ਹੁਣ ਮਾਇਆ ਉੱਥੇ ਨਹੀਂ ਹੈ, ਕਿਉਂਕਿ ਉੱਥੇ ਹੈ ਹੀ ਨਹੀਂ ਮਾਇਆ, ਉੱਥੇ ਪ੍ਰਕਾਸ਼ ਹੈ, ਅਡੋਲ ਹੈ। ਇਸ ਕਰਕੇ ਮਨ ਡੋਲਦਾ ਨਹੀਂ, ਕਿ ਡੋਲਦਾ ਕਦੋਂ ਸੀ? ਮਾਇਆ ਦੇ ਨਾਲ ਜੁੜਿਆ ਸੀ। ਮਾਇਆ ਡੋਲਣੀ ਹੈ, ਕਬੀਰ ਮਾਇਆ ਡੋਲਣੀ, ਪਵਨ ਚੁਕਾਲਣ ਹਾਰ। ਮਾਇਆ ਡੋਲਦੀ ਹੈ, ਲੇਕਿਨ ਮਨ ਜਿਹੜਾ ਜਿੰਨੀ ਦੇਰ ਮਾਇਆ ਤੱਕ ਸੀਮਤ ਹੈ, ਉਨੀ ਦੇਰ ਇਹ ਵੀ ਡੋਲਦਾ ਹੈ। ਜੇ ਨਾਮ ਨਾਲ ਜੁੜ ਜਾਂਦਾ, ਨਾਮ ਅਡੋਲ ਹੈ, ਤੇ ਫਿਰ ਮਨ ਅਡੋਲ ਹੁੰਦਾ ਹੈ। ਜਿਵੇਂ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਨੇ, ਪੰਚਮ ਪਾਤਸ਼ਾਹ ਜੀ ਗੌੜੀ ਬਾਵਨ ਅੱਖਰੀ ਦੇ ਵਿੱਚ, ਕਿ ਮਾਇਆ ਡੋਲੈ ਬਹੁ ਵਿਧੀ, ਮਨ ਲਪਟਿਓ ਤੇ ਸੰਗ। ਕਹਿੰਦੇ ਮਾਇਆ ਡੋਲਦੀ ਹੈ, ਬਹੁਤ ਤਰੀਕੇ ਨਾਲ ਡੋਲਦੀ ਹੈ, ਮਾਇਆ ਬਹੁਤ ਤਰੀਕੇ ਦੀ ਹੈ, ਤੇ ਮਨ ਮਾਇਆ ਨਾਲ ਲਪਟਿਆ ਹੈ, ਮਨ ਲਪਟਿਓ ਤੇ ਸੰਗ। ਇਸ ਕਰਕੇ ਮਨ ਵੀ ਡੋਲਦਾ ਹੈ। ਡੋਲਣ ਤੇ ਜੇ ਤੁਮ ਰੱਖੋ, ਨਾਨਕ ਨਾਮੈ ਰੰਗ। ਹੁਣ ਜੇ ਨਾਮ ਦੇ ਰੰਗ ਵਿੱਚ ਰੰਗਿਆ ਜਾਵੇ, ਫਿਰ ਮਨ ਡੋਲਦਾ ਨਹੀਂ ਹੈ। ਇਸ ਕਰਕੇ ਹੁਣ ਇੱਥੇ ਬਾਬਾ ਕਬੀਰ ਸਮਝਾਉਂਦੇ ਨੇ ਕਿ ਮਨ ਇੰਨਾ ਮਗਨ ਹੋ ਗਿਆ, ਗੁਰੂ ਦਾ ਉਪਦੇਸ਼ ਸੁਣ ਕੇ ਪ੍ਰਭੂ ਦੇ ਨਾਲ ਲਿਵ ਜੁੜ ਗਈ, ਤੇ ਉਸ ਰਾਜ ਰਾਮ ਦੇ ਨਾਲ ਜੋਗ ਹੋ ਗਿਆ, ਕਿ ਹੁਣ ਮਾਇਆ ਉੱਥੇ ਡੋਲਦੀ ਨਹੀਂ। ਮਾਇਆ ਨਾਲ ਨਹੀਂ ਜੁੜਦਾ, ਕਿਉਂਕਿ ਮਨ ਅਡੋਲ ਹੋ ਗਿਆ ਹੈ। ਮਾਇਆ ਡੋਲ ਨਾ ਲਾਗੀ, ਕਹੋ ਕਬੀਰ ਤਾਕੋ ਪੁਨਰਪ ਜਨਮ ਨਹੀਂ, ਖੇਲ ਗਇਓ ਬੈਰਾਗੀ।
ਕਹਿੰਦੇ ਜਿਹੜਾ ਇਸ ਤਰੀਕੇ ਨਾਲ ਖੇਲ ਗਿਆ, ਮਾਇਆ ਤੋਂ ਵਿਰਾਗ ਕਰਕੇ ਪ੍ਰਭੂ ਦੇ ਨਾਲ ਸੰਜੋਗ ਕਰ ਲਿਆ, ਪ੍ਰਭੂ ਦੇ ਨਾਲ ਜੋੜ ਲਈ, ਮਾਇਆ ਨਾਲੋਂ ਤੋੜ ਲਈ। ਮਾਇਆ ਤੋੜਨੀ ਕਿਹਾ ਕਿ ਧਿਆਨ ਨਿਰੰਕਾਰ ਨਾਲ ਜੋੜ ਲਿਆ। ਜਦੋਂ ਨਿਰੰਕਾਰ ਨਾਲ ਜੋੜ ਲਿਆ, ਫਿਰ ਇਹ ਸਾਰਾ ਮਾਇਆ ਵੀ ਉਸੇ ਦੀ ਸਾਜੀ ਹੋਈ ਹੈ। ਇਸ ਕਰਕੇ ਇਹ ਮਾਇਆ ਨਹੀਂ ਰਹਿ ਜਾਂਦੀ, ਫਿਰ ਇਹ ਹਰੀ ਦਾ ਰੂਪ ਹੋ ਜਾਂਦਾ ਹੈ। ਇਹ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਉੱਥੇ ਫਿਰ ਮਨ ਨੂੰ ਗਿਆਨ ਹੋ ਜਾਂਦਾ ਹੈ ਕਿ ਇਹ ਚੀਜ਼ਾਂ ਨਾਸਵਾਨ ਨੇ ਅਤੇ ਇਹ ਅਵਿਨਾਸੀ ਹੈ। ਕਿਉਂ ਅਸੀਂ ਨਾਸਵਾਨ ਨਾਲ ਜੁੜਾਂਗੇ, ਅਵਿਨਾਸੀ ਨੂੰ ਛੱਡ ਕੇ। ਇਸ ਕਰਕੇ ਜਦੋਂ ਗਿਆਨ ਹੋ ਜਾਂਦਾ ਹੈ, ਫਿਰ ਜੀਵ ਇੱਧਰੋਂ ਬੈਰਾਗੀ ਹੋ ਕੇ ਅਤੇ ਪ੍ਰਭੂ ਦੇ ਨਾਲ ਸੰਜੋਗ ਕਰ ਲੈਂਦਾ, ਅਡੋਲ ਹੋ ਜਾਂਦਾ ਹੈ ਅਤੇ ਆਪਣੇ ਜੀਵਨ ਨੂੰ ਜਿੱਤ ਕੇ ਜਾਂਦਾ ਹੈ। ਉਸ ਨੂੰ ਦੁਬਾਰਾ ਜਨਮ ਨਹੀਂ ਲੈਣਾ ਪੈਂਦਾ। ਕਹੋ ਕਬੀਰ ਤਾਕੋ ਪੁਨਰਪ ਜਨਮ ਨਹੀਂ, ਉਹਨਾਂ ਨੂੰ ਦੁਬਾਰਾ ਜਨਮ ਨਹੀਂ ਲੈਣਾ ਪੈਂਦਾ। ਖੇਲ ਗਇਓ ਬੈਰਾਗੀ, ਜਿਹੜਾ ਇਸ ਤਰੀਕੇ ਨਾਲ ਖੇਲ ਜਾਂਦਾ ਹੈ ਕਿ ਮਾਇਆ ਨੂੰ ਤੋੜ ਕੇ ਪਰਮੇਸ਼ਰ ਨਾਲ ਜੋੜ ਲੈਂਦਾ ਹੈ। ਐਸੀ ਪ੍ਰੀਤ ਹਮ ਤੁਮ ਸੰਜੋੜੀ, तुम संग जोड़ अवर संग तोड़ी। माधवे तुम न तोड़ो हम नहीं तोड़ा, तुमसे तोड़ कवन संग जोड़ा। भी तू ना तोड़िया सी नहीं तेरे नालों तोड़ दे, क्योंकि तेरे नालों तोड़ के जोड़ांगे किस दे नाल, तेरे वर्गा दूजा कोई है ही नहीं है। सो आओ हुण आपां अभ्यास करते हाँ जुड़न का। किवें अपने ध्यान नूं नाम नाल जोड़ना है, जिथे जाके साडा मन अडोल हुंदा है, क्योंकि परमेश्वर अडोल है। बाबा कबीर जी सानूं समझाउंदे ने कि हुण असीं ओट किहदी लई, उस प्रभु दी। प्रभु किहो जिहा है? परबती न्याई। तू मेरो मेर पर्वत है स्वामी, ओट गही मैं तेरी। भी हुण आसरा तेरा लिया, तू मेरे वास्ते पर्वत है, तू मेरा स्वामी पर्वत दी न्याई है। ना तुम डोलो ना हम गिरते, हुण ना तू डोलेगा ते ना असीं गिरांगे। कोई चीज़ डोलदी है उसके उत्तों गिर सकते हैं, लेकिन अडोल दे उत्तों कोई नहीं गिरता। इस करके प्रभु अडोल है, असीं गिरांगे नहीं। रख ली नहीं हर मेरी, कहते ऐसी प्रभु ने सारी रख लई कि हुण उस प्रभु नाल जुड़ गए ते जिहड़ा अडोल है। सो आओ किवें जुड़ना है? 9 दरां तो छुटना है। 9 दर शरीर दे ने, ये मिथ्या है साडा शरीर इत्थे तक जिथे तपाउण दा खेल चलदा है। ईड़ा पिंगला 2 सुरां ने ते सुखना जदों प्रगट हो जाती, प्रकाश हो जाता। ये जदों प्रगट हो जाता है, साडे अंदरों अपने आप ही अवगुण खत्म होने शुरू हो जाते हैं ते गुण प्रगट होने शुरू हो जाते हैं, क्योंकि गुण चौथे पद विच ने, अवगुण 3 गुणां दे विच ने। सो इस तरीके दे नाल जदों चलते हाँ, चलना किवें है? दोनों नेत्रां नूं जिहड़ा ध्यान है, जिहड़ा माया दे विच जांदा है, संसार नूं देखदा है दृष्टि, संसार तो पहला निरंकार नूं देखना है। ये नहीं कि असीं संसार नहीं देखना, संसार नूं देखना है, पर संसार नूं देखण तो पहला निरंकार नूं देखना, फिर निरंकार दे विच संसार नूं देखना है। सूक्ष्म दे विच अस्थूल नूं देखना है। सूक्ष्म मैं जाना अस्थूल। जे सूक्ष्म दे विच अस्थूल नूं जान लिया, फिर सानूं महाराज वो पदवी दिंदे ने जिहड़ी पंडित दी, असली पंडित, असली विद्वान, जिन्होंने महाराज समझाते आप सुखमनी साहिब पढ़ते हैं। सो पंडित जो मन पर बोधा, राम नाम आत्म में सोधा, राम नाम सारस पीवै, उस पंडित का उपदेश जग जीवै, हर की कथा हृदय बसावै। सो पंडित फिर जोन न आवै, वेद पुराण सिमरत बूझै मूल, सूखम में जानै अस्थूल। 4 वर्णा को दे उपदेश, नानक उस पंडित को सदा आदेश। सूखम नूं निरंकार नूं देखना, निरंकार दे विच ही संसार नूं देखना होंदा है।
ਸੁਭਾਅ ਕਿਵੇਂ ਹੈ? ਦੋਨਾਂ ਨੇਤਰਾਂ ਨੂੰ ਇਸ ਪੁਆਇੰਟ ਤੇ ਆਪਾਂ ਪਹਿਲਾਂ ਦੇਖਣਾ ਹੈ ਜਿੱਥੇ ਮਿਥਿਆ ਸਰੀਰ ਹੈ, ਇੱਥੋਂ ਅਨਹਤ ਹੈ। ਅੱਗੇ ਇੱਧਰ ਨੂੰ ਚਲੇ ਜਾਵਾਂਗੇ, ਬਾਹਰ ਚਲੇ ਜਾਵਾਂਗੇ, ਚੌਥੀ ਸੁਣ 'ਚ ਨਹੀਂ ਜਾਵਾਂਗੇ, ਸਹਿਜ ਗੁਫਾ 'ਚ ਨਹੀਂ ਜਾਵਾਂਗੇ ਕਿਉਂਕਿ ਬਾਹਰ ਚਲੇ ਗਏ। ਇਸ ਰਸਤੇ ਨੂੰ ਜਾਵਾਂਗੇ, ਸਹਿਜ ਗੁਫਾ ਚਲੇ ਜਾਵਾਂਗੇ ਕਿਉਂਕਿ ਸਹਿਜ ਗੁਫਾ 'ਚੋਂ ਸਾਨੂੰ ਸਵਾਸ ਦੇ ਕੇ ਪਾਲ ਰਿਹਾ ਹੈ। ਇਹਨੂੰ ਆਪਾਂ ਪੜ੍ਹਦੇ ਹਾਂ, ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਾਉਣ ਵਜਾਇਆ, 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਸੁਆਓ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਸਮ ਕਰਨਾ ਹੈ। ਦ੍ਰਿਸ਼ਟੀ ਇੱਥੇ ਫੋਕਸ ਕਰਕੇ ਆਪਣੇ ਆਪ ਨੂੰ ਦੇਖਣਾ ਹੈ। ਕੀ ਦੇਖਣਾ ਹੈ ਕਿ ਅਸੀਂ ਇੱਕ ਦ੍ਰਿਸ਼ਟ ਹਾਂ ਕਿ ਦੋ ਦ੍ਰਿਸ਼ਟ, ਸਾਡੀ ਅਵਸਥਾ ਕੀ ਹੈ। ਕੋਈ ਨਵਾਂ ਜੀਵ ਹੈ, ਸਮਝਣਾ ਹੈ। ਅਤੇ ਜਿਹੜੇ ਦੂਜੇ ਆਪਾਂ ਚੱਲਦੇ ਹਾਂ ਉਹਨਾਂ ਆਪਣੇ ਆਪ ਨੂੰ ਇਹ ਦੇਖਣਾ ਹੁੰਦਾ ਹੈ ਕਿ ਦਿਨ ਭਰ ਅਸੀਂ ਵਿਚਰੇ ਹਾਂ ਸੰਸਾਰ ਦੇ ਵਿੱਚ, ਕਿ ਸਾਡੇ ਮਨ ਨੂੰ ਮੈਲ ਤਾਂ ਨਹੀਂ ਲੱਗੀ। ਜੇ ਲੱਗੀ ਹੈ ਤਾਂ ਆਪਾਂ ਅਭਿਆਸ ਕਰਾਂਗੇ, ਤੋਲਾਂਗੇ। ਕਿੰਨੀ ਕੁ ਲੱਗੀ ਹੈ ਉਹੀ ਜੀਵ ਜਾਣ ਸਕਦਾ ਹੈ, ਦੂਜੇ ਨੂੰ ਉਸਦੇ ਬਾਰੇ ਨਹੀਂ ਗਿਆਨ ਹੁੰਦਾ ਕਿਉਂਕਿ ਗੁਪਤ ਹੈ ਸਾਰਾ ਹੀ। ਐਡੀ ਪ੍ਰਭੂ ਦੀ ਬੰਧਨ ਨੇ ਕਿ ਤੋੜੇ ਵੀ ਟੁੱਟਦੇ ਨਹੀਂ ਹਨ। ਸਿਰਫ ਜਦੋਂ ਦਇਆ ਕਰਦਾ ਹੈ ਫਿਰ ਉਹ ਸਾਧੂ ਦੇ ਨਾਲ ਸੰਗ ਦਿੰਦਾ ਹੈ ਜਿਨ੍ਹਾਂ ਦੁਆਰਾ ਆਪਾਂ ਪ੍ਰਭੂ ਨੂੰ ਜਾਣ ਸਕਦੇ ਹਾਂ। ਮਹਾਰਾਜ ਸਮਝਾਉਂਦੇ ਨੇ, ਤੈਡੀ ਬੰਦਸ ਮੈਂ ਕੋਏ ਨਾ ਡਿਠਾ। ਕਹਿੰਦੇ ਐਡੀ ਬੰਦਸ ਕੋਈ ਵੀ ਮੈਂ ਨਹੀਂ ਡਿਠਿਆ। ਐਡੀ ਬੰਦਸ ਹੋਵੇ ਜਿੱਥੇ ਪ੍ਰਭੂ ਨੂੰ ਮਿਲਦੀ। ਤੂੰ ਨਾਨਕ ਮਨ ਪਾਣਾ, ਤੂੰ ਤਾਂ ਮਨ ਨੂੰ ਪਾਉਣ ਵਾਲਾ ਹੈ, ਪਰ ਤੈ ਬੰਦਸ ਐਡੀ ਪਾਈ। ਕੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਵੀ ਅਸੀਂ ਤਾਂ ਉਸ ਤੋਂ ਬਾਰੇ ਜਾਣਦੇ ਹਾਂ, ਉਸ ਮਿੱਤਰ ਵਿਚੋਲੇ ਤੋਂ ਜਿਹਦੇ ਮਿਲਣ ਦੇ ਨਾਲ, ਗਿਆਨ ਲੈਣ ਨਾਲ ਤੇਰੀ ਪਹਿਚਾਣ ਹੋਈ। ਤੂੰ ਤਾਂ ਸਾਡੇ ਮਨ ਨੂੰ ਪਾ ਗਿਆ, ਪਰ ਤੇਰੀ ਬੰਦਸ ਹੀ ਐਡੀ ਸੀ ਕਿ ਅਸੀਂ ਆਪਣੇ ਆਪ ਤੈਨੂੰ ਨਹੀਂ ਮਿਲ ਸਕਦੇ ਸੀ। ਸੋ ਆਓ ਇੱਥੇ ਸਮ ਕਰਕੇ ਆਪਾਂ ਦੇਖਣਾ ਹੈ ਕਿ ਇੱਕ ਦ੍ਰਿਸ਼ਟ ਹਾਂ ਕਿ ਦੋ ਦ੍ਰਿਸ਼ਟ ਹਾਂ। ਜੇਕਰ ਇੱਥੇ ਦੇਖਣ ਦੇ ਨਾਲ ਦੋਨਾਂ ਨੇਤਰਾਂ ਨੂੰ ਸਮ ਕਰਕੇ ਇੱਥੇ ਦ੍ਰਿਸ਼ਟੀ ਫੋਕਸ ਕਰਨ ਦੇ ਨਾਲ ਸਾਨੂੰ ਨੱਕ ਨਜ਼ਰ ਆਉਂਦਾ ਹੈ, ਫਿਰ ਦੋ ਦ੍ਰਿਸ਼ਟ ਹਾਂ। ਜੇ ਨਜ਼ਰ ਨਹੀਂ ਆਉਂਦਾ, ਇੱਕ ਦ੍ਰਿਸ਼ਟ ਹਾਂ। ਜੇ ਨਜ਼ਰ ਆਉਂਦਾ ਹੈ ਫਿਰ ਆਪਾਂ ਇਹ ਦੇਖਣਾ ਹੈ ਵੀ ਕਿਸ ਪਾਸੇ ਤੋਂ, ਸੱਜੇ ਪਾਸੇ, ਖੱਬੇ ਜਾਂ ਵਿਚਾਲੇ। ਸਤੋ ਗੁਣੀ, ਰਜੋ ਗੁਣੀ, ਤਮੋ ਗੁਣੀ। ਇੱਧਰ ਤਮੋ ਗੁਣ, ਇੱਧਰ ਰਜੋ ਗੁਣ, ਸਤੋ। ਜਿੰਨੀ ਦੇਰ ਇਹ ਦਿਖਦਾ ਹੈ ਇਹ ਸਭ ਮਾਇਆ ਦੇ ਵਿੱਚ ਹਾਂ। ਰਜਗੁਣ, ਤਮਗੁਣ, ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਜੇ ਨੱਕ ਨਜ਼ਰ ਨਹੀਂ ਆਉਂਦਾ ਫਿਰ ਅਸੀਂ ਇੱਕ ਦ੍ਰਿਸ਼ਟ ਹਾਂ ਜਿੱਥੇ ਮਨ ਦੇਵਤਾ ਅਵਸਥਾ ਹੈ। ਲੇਕਿਨ ਇੱਥੇ ਵੀ ਮੁਕਤੀ ਨਹੀਂ ਹੈ। ਮੁਕਤੀ ਹੈ ਜਦੋਂ ਮੁਖ ਪ੍ਰਕਾਸ਼ ਹੁੰਦਾ ਹੈ। ਸੋ ਇਸ ਕਰਕੇ ਇੱਥੇ ਪਰਖਣ ਤੋਂ ਬਾਅਦ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ। ਦੇਖ ਲਓ ਕਿਵੇਂ ਕਰਨਾ ਹੈ। ਇਸ ਪੁਆਇੰਟ 'ਤੇ ਦ੍ਰਿਸ਼ਟੀ ਫੋਕਸ ਕਰਨੀ ਹੈ। ਆਪਣੇ ਆਪ ਨੂੰ ਦੇਖਣਾ ਹੈ ਕਿ ਸਾਨੂੰ ਨੱਕ ਦਿਸਦਾ ਹੈ। ਜੇ ਦਿਸਦਾ ਕਿਸ ਪਾਸੋਂ ਦਿਸਦਾ, ਸੱਜੇ ਪਾਸੇ ਸਾਰਾ ਨੱਕ ਦਿਸਦਾ ਜਾਂ ਖੱਬੇ ਪਾਸੇ ਜੰਦ ਵੱਲੇ, ਇਹ ਨਹੀਂ ਪਤਾ। ਜਾਂ ਨਹੀਂ ਦਿਸਦਾ, ਉਸ ਤੋਂ ਬਾਅਦ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ। ਇੱਥੋਂ ਆਪਾਂ ਸਾਹਮਣੇ ਦੇਖਣਾ ਹੈ। ਇੱਥੋਂ ਫਿਰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ। ਫਿਰ ਆਪਾਂ ਪਲਕਾਂ ਉੱਤੇ ਚੁੱਕਣੀ। ਫਿਰ ਜਦੋਂ ਕਵਾਂਗਾ ਸਾਹਮਣੇ, ਵਾਪਸ ਫਿਰ ਸਾਹਮਣੇ। ਫਿਰ ਜਦੋਂ ਕਵਾਂਗੇ ਸਮ ਕਰਕੇ ਦੇਖੋ, ਫਿਰ ਇੱਥੇ ਦ੍ਰਿਸ਼ਟੀ ਫੋਕਸ ਕਰਕੇ ਆਪਣੇ ਆਪ ਨੂੰ ਦੇਖਣਾ ਹੈ। ਅਗਰ ਕੋਈ ਨਵਾਂ ਜੀਵ ਜੇ ਨੱਕ ਦਿਸਦਾ ਕਿਸੇ ਨੂੰ ਪਹਿਲਾਂ, ਫਿਰ ਉਸਨੇ ਦੇਖਣਾ ਹੈ ਕਿ ਹੁਣ ਦਿਸਣੋਂ ਹਟ ਗਿਆ, ਕਿਉਂਕਿ ਜਦੋਂ ਇੱਕ ਦ੍ਰਿਸ਼ਟ ਹੋ ਗਿਆ ਆਪਣਾ ਨੱਕ ਨਜ਼ਰ ਨਹੀਂ ਆਏਗਾ। ਫਿਰ ਆਪਾਂ ਅੱਗੇ ਧਿਆਵਾਂਗੇ। ਆਓ ਨੇਤਰ ਸਮ ਕਰਕੇ ਆਪਣੇ ਆਪ ਨੂੰ ਦੇਖੋ, ਪਹਿਚਾਣੋ।
और सामने लेके आओ। मस्तक दे सामने लै जाओ, पलकां उत्ते चुको। फिर सामने लेके आओ ध्यान। फिर नक ते सम करके देखो अपने आप नू, दृष्टि फोकस करके नक ते अपने आप नू देखो। अगर कोई नवा जीव जे पहला नक दिसदा सी, उसने हुण देखना है कि दिसणों हट गया, एक दृष्ट हो गया। क्योंकि एक दृष्ट होने तो बाद ही अपना ध्यान सुन दे विच जाता है, फिर ही आपां नाम नू कह सकते हैं। नीचे लै जाओ ध्यान, बिल्कुल रिलैक्स नीचे देखना है। जिथे आप बैठे जो थले अगे सामने विछया है कुछ भी, फर्श है, चादर विछी जो भी है, उस तो थोड़ा ऊपर देखना है, देखने की कोशिश करनी है। इत्थे सानू प्रकाश अनुभव होएगा, जल्दी न्यायी प्रकाश सानू अनुभव होना शुरू होएगा। एक हलचल अनुभव होनी शुरू होएगी।
और सम करके देखिए अपने आप ਨੂੰ फिर फिर नीचे लै जाओ ध्यान। और फिर सम करके देखिए अपने आप को। वाहिगुरु जी का खालसा वाहिगुरु जी की फतेह।
ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਧਿਆਨ ਦੁਆਰਾ ਪ੍ਰਭੂ ਨੂੰ ਮਨ ਦੇ ਵਿੱਚ ਵਸਾਉਣਾ ਹੈ, ਕਿਉਂਕਿ ਧਿਆਇਆ ਹੀ ਜਾਣਾ ਹੈ। ਕਹਿ ਨਹੀਂ ਸਕਦੇ, ਗੂੰਗਾ ਮਠਿਆਈ ਖਾ ਕੇ ਕਹਿ ਨਹੀਂ ਸਕਦਾ, ਸਿਰਫ ਧਿਆ ਸਕਦੇ ਹਾਂ। ਗੁਰ ਦਾ ਗਿਆਨ ਲੈ ਕੇ ਪਿਆਰ ਦੇ ਨਾਲ ਪ੍ਰਭੂ ਪਾਇਆ ਜਾਂਦਾ ਹੈ। ਅਤੇ ਤ੍ਰੈ ਗੁਣਾਂ ਨੂੰ ਛੱਡਣਾ ਪੈਂਦਾ, ਤ੍ਰੈ ਗੁਣਾਂ ਤੋਂ ਅਤੀਤ ਹੋਣਾ ਪੈਂਦਾ ਹੈ। ਤ੍ਰੈ ਗੁਣਾਂ ਦੇ ਵਿੱਚ ਪੁੰਨਦਾਨ ਆ ਜਾਂਦਾ ਹੈ, ਕਰਮ ਧਰਮ ਆ ਜਾਂਦੇ ਨੇ, ਬੈਰ ਵਿਰੋਧ ਆ ਜਾਂਦਾ ਹੈ, ਘਰ ਦੀਆਂ ਆਸ਼ਾਵਾਂ ਤ੍ਰਿਸ਼ਨਾਵਾਂ ਆ ਜਾਂਦੀਆਂ ਨੇ। ਇਹ ਸਾਰਾ ਕੁਝ ਛੱਡ ਕੇ ਪ੍ਰਕਾਸ਼ ਨਾਲ ਜੁੜਨਾ ਪੈਂਦਾ ਹੈ, ਕਲਪਨਾਵਾਂ ਨੂੰ ਛੱਡਣਾ ਪੈਂਦਾ ਹੈ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣ ਜੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।